ਕੈਂਡੀਡੇਟਸ ਹੁੰਦੇ ਨੇ ਥੋੜਾ ਨੀਵਾਂ ਰੱਖ ਜਿਹੜੇ ਸਾਰੇ ਕੈਂਡੀਡੇਟਸ ਹੁੰਦੇ ਨੇ ਉਹ ਸਾਰੇ ਜਿਹੜੇ ਜਿੰਨੀਆਂ ਵੀ ਪਾਰਟੀਆਂ ਨੇ ਉਹ ਜਿੱਤਣ ਵਾਸਤੇ ਹੀ ਲੜਦੀਆਂ ਹੁੰਦੀਆਂ ਨੇ ਜੀ ਇਲੈਕਸ਼ਨ। ਹਰੇਕ ਬੰਦਾ ਜਿਹੜਾ ਲੜਦਾ ਹੁੰਦਾ। ਸੋ ਸਾਰੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਮੇਰੇ ਵੱਲੋਂ ਸ਼ੁਭ ਸ਼ਾਮਾਂ, ਚਾਹੇ ਉਹ ਆਜ਼ਾਦ ਨੇ ਚਾਹੇ ਉਹ ਪਾਰਟੀ ਦੇ ਨੇ। ਸੋ ਮੈਨੂੰ ਲੱਗਦਾ ਕਿ ਜਿੱਥੇ ਸਾਡੇ ਅੱਜ ਮੈਂ ਧੂਰੀ ਮੇਰਾ ਆਪਣਾ ਸ਼ਹਿਰ ਆ ਜੀ, ਜਿੱਥੇ ਮੈਂ ਜੰਮਿਆ, ਮਰਨਾ ਵੀ ਇੱਥੇ ਆ। ਸੋ ਮੈਨੂੰ ਪੂਰਨ ਵਿਸ਼ਵਾਸ ਆ ਕਿ ਧੂਰੀ ਵਾਲੇ ਕਿ ਜਿਵੇਂ ਪਹਿਲਾਂ ਮੁੱਖ ਮੰਤਰੀ ਨੂੰ ਚੁਣਿਆ ਸੀ ਤੋਂ ਮੈਂਬਰ ਪਾਰਲੀਮੈਂਟ ਨੂੰ ਚੁਣਨਗੇ ਤਾਂ ਕਿ ਵਿਰੋਧੀ ਧਿਰ ਦਾ ਇੱਕ ਜਿਹੜੀ ਆਵਾਜ਼ ਆ ਉਹ ਬੁਲੰਦ ਕਰ ਸਕੀਏ। ਕਿਉਂਕਿ ਸੱਤਾਧਾਰੀ ਧਿਰ ਜਿਹੜੇ ਵਾਅਦਿਆਂ ਤੋਂ ਮੁਨਕਰ ਹੋ ਰਹੀ ਆ ਉਹ ਅੱਜ ਜੇ ਉਹ ਮੈਨੂੰ ਜਿਤਾਉਂਦੇ ਨੇ ਲੋਕ ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਲਾਹੇਵੰਦ ਹੋਊਗਾ। ਕਿਉਂਕਿ ਕੰਪੀਟੀਸ਼ਨ ਦੇ ਤੌਰ ਤੇ ਅਸੀਂ ਉਹਨਾਂ ਨੂੰ ਹਰੇਕ ਜਗ੍ਹਾ ਦੇ ਉੱਤੇ ਚੈਲੰਜ ਕਰਕੇ ਜਿਹੜੇ ਲੋਕਾਂ ਨਾਲ ਵਾਅਦੇ ਉਹਨਾਂ ਨੇ ਕਰੇ ਹੋਏ ਨੇ ਉਹਨਾਂ ਨੂੰ ਪੂਰਾ ਕਰਵਾਉਣ ਦੇ ਲਈ ਮੈਂ ਲੋਕਾਂ ਦੀ ਆਵਾਜ਼ ਬਣਾ। ਵੋਟ ਪਰਸੈਂਟ ਬਹੁਤ ਘੱਟ ਹੈਗਾ ਜੀ, ਵੋਟ ਪਰਸੈਂਟ ਬਿਲਕੁਲ ਜੀ, ਬਹੁਤ ਕੰਮ ਦਾ ਟਾਈਮ ਆ। ਜੀਰੀ ਲੱਗ ਰਹੀ ਹੈ ਜੀ ਪੰਜਾਬ ਸਾਰਾ। ਤੁਸੀਂ ਇਹ ਮੰਨ ਕੇ ਚੱਲੋ ਵੀ ਹਰੇਕ ਚਾਹੇ ਸਾਡੇ ਜਿੰਨੇ ਵੀ ਕਿਸਾਨ ਭਰਾ ਨੇ, ਸਾਡੇ ਦਿਹਾੜੀਦਾਰ ਵੀਰ ਨੇ, ਸਾਡੇ ਦੁਕਾਨਦਾਰ ਭਰਾ ਨੇ, ਸਾਰੇ ਬਿਜ਼ੀ ਨੇ। ਇੱਕ ਗਰਮੀ ਬਹੁਤ ਪੈ ਰਹੀ ਆ। ਸੋ ਇਹਦੇ ਕਾਰਨ ਕਰਕੇ ਵੋਟ ਪਰਸੈਂਟੇਜ ਮੈਨੂੰ ਲੱਗਦਾ ਘਟੂਗੀ। 2022 ਦੇ ਇਲੈਕਸ਼ਨ 'ਚ ਦੇਖੀਏ ਕਾਂਗਰਸ ਕੋਲੇ 18%, ਆਮ ਆਦਮੀ ਪਾਰਟੀ ਕੋਲੇ 53% ਵੋਟ ਫੀਸਦ ਹੈ। ਲੱਗਦਾ ਕਿ ਉਹ ਵੱਡਾ ਗੈਪ ਹੈ ਜਿਹੜਾ ਪੂਰਨ ਦੇ ਵਿੱਚ ਕਾਮਯਾਬ ਹੋ ਪਾਉਂਗੇ। ਜਿਹੜਾ ਤੁਸੀਂ ਪੁੱਛਿਆ ਪਹਿਲਾ ਸਵਾਲ ਵੀ ਮੁਕਾਬਲਾ ਕਿਹਦੇ ਨਾਲ ਲੱਗਦਾ? ਸਾਰਿਆਂ ਨਾਲ ਹੀ ਮੁਕਾਬਲਾ ਹੁੰਦਾ। ਸਾਰੀਆਂ ਪਾਰਟੀਆਂ ਹੀ ਆਪਦਾ ਦਮਖਮ ਲਾਉਂਦੀਆਂ ਨੇ, ਆਜ਼ਾਦ ਉਮੀਦਵਾਰ ਲਾਉਂਦੇ ਨੇ। ਸੋ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਸਾਰਿਆਂ ਨੂੰ ਬੈਸਟ ਵਿਸ਼ੇਸ। ਜਿਹੜਾ ਤੁਸੀਂ ਨੇ ਕਿਹਾ ਉਹਨਾਂ ਦੀ ਕਾਡਰ ਵੋਟ ਨਹੀਂ ਹੈਗੀ, ਇਹ ਪੱਕੀ ਵੋਟ ਨਹੀਂ ਸੀ। ਇਹ ਕਿਤੇ ਨਾ ਕਿਤੇ ਕੋਈ ਨਾਰਾਜ਼ਗੀਆਂ ਜਿਹੜੇ ਸਾਡੇ ਪਾਰਟੀਆਂ ਤੋਂ ਸੀ ਉਹਨਾਂ ਨਾਲ ਮੈਨੂੰ ਲੱਗਦਾ ਸ਼ਾਇਦ ਲੋਕਾਂ ਨੇ ਫਤਵਾ ਦਿੱਤਾ। ਬਟ ਇਸ ਵਾਰ ਜਿਹੜਾ ਟੋਟਲੀ ਰੁਝਾਨ ਆ ਜਿਹੜਾ ਉਹ ਚੇਂਜ ਹੋਣਗੇ। ਕਿਉਂਕਿ 3 ਮਹੀਨਿਆਂ 'ਚ ਉਹਦਾ ਮਿਲੇ ਹੀ ਨਹੀਂ ਕਿਸੇ ਨੂੰ। ਦੂਸਰੀਆਂ ਪਾਰਟੀਆਂ ਵਾਲੇ ਕੰਮ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਆ। ਇੱਕ ਤਰ੍ਹਾਂ ਦਾ ਕੇਜਰੀਵਾਲ ਨੇ ਇੱਕ ਉਹਨਾਂ ਨੂੰ ਸਮਝ ਲਓ ਡਿਕਟੇਟਰਸ਼ਿਪ ਨਾਲ MLAs ਵੀ ਘਰੇ ਬਿਠਾ ਰੱਖੇ ਨੇ। ਵਰਕਰਾਂ ਦੀ ਤਾਂ ਕਿੱਥੇ ਸੁਣਵਾਈ ਹੋਊਗੀ, ਨਾ ਕਿਸੇ ਠਾਣੇ ਠੱਪੇ। ਉਹ ਤਾਂ ਵਿਚਾਰੇ ਉਹਨਾਂ ਨੂੰ ਐਂ ਨਹੀਂ। ਹੁਣ 3 ਮਹੀਨੇ ਹੋ ਗਏ ਇੱਥੇ ਸਾਡੇ ਮੁੱਖ ਮੰਤਰੀ ਸਾਹਿਬ ਆਏ ਹੀ ਨਹੀਂ ਜੀ। ਲੋਕ ਮਿਲਣਗੇ ਕਿੱਥੋਂ, ਉਹ ਕੰਮ ਕਿੱਥੋਂ ਕਰਾਉਣਗੇ? ਐਂ ਥੋੜ੍ਹੀ ਹੋਊਗਾ ਵੀ 4 ਮਹੀਨਿਆਂ ਬਾਅਦ ਜੀ ਕੋਈ ਕੰਮ ਕਰਾਉਣਗੇ। ਲੋੜ ਤਾਂ ਮੈਨੂੰ ਅੱਜ ਆ ਜੀ, ਇਸ ਟਾਈਮ ਮੈਨੂੰ ਜ਼ਰੂਰਤ ਹੈ ਕਿਸੇ ਕੰਮ ਦੀ। ਲੋਕ ਐ ਥੋੜੀ ਵੀ 6 ਮਹੀਨੇ ਵੇਟ ਕਰੀ ਜਾਣਗੇ ਜੀ ਕਿ ਉਦੋਂ ਸਾਡਾ ਕੰਮ। ਤੁਸੀਂ ਗੱਲ ਕੀਤੀ ਹੈ ਸਿਮਰਨਜੀਤ ਸਿੰਘ ਮਾਨ ਇਸ ਸਮੇਂ ਵਿਰੋਧੀ ਧਿਰ ਤੇ, ਉਹ ਬੜਾ ਕਹਿ ਰਿਹਾ ਵੀ ਮੈਨੂੰ ਵਿਰੋਧੀ ਧਿਰ ਚੁਣਿਆ ਜਾਵੇ। ਸਿਮਰਨਜੀਤ ਸਿੰਘ ਮਾਨ ਦੀ ਗੱਲ ਨਹੀਂ, ਦੇਖੋ ਵਿਰੋਧੀ ਧਿਰ 'ਚ ਕਾਂਗਰਸ ਪੰਜਾਬ ਦੇ ਵਿੱਚ ਆ, ਕਾਂਗਰਸ ਹੀ ਸੈਂਟਰ ਦੇ ਵਿੱਚ ਆ। ਤੇ ਜੇ ਉੱਪਰ ਆਪਾਂ ਲੜਾਈ ਦੇਖਦੇ ਆ ਤਾਂ ਤੁਹਾਨੂੰ ਪਤਾ ਵੀ ਕਿਹੜੀ ਕਿਹੜੀ ਪਾਰਟੀ ਦੀ ਹੈ। ਸੋ ਮੈਨੂੰ ਲੱਗਦਾ ਲੋਕ ਬੜੇ ਵਧੀਆ ਤਰੀਕੇ ਨਾਲ ਜਿਹੜਾ ਇਹ ਫੈਸਲਾ ਮੇਰੇ ਪੱਖ 'ਚ ਗੋਲਡੀ 3 ਮਹੀਨਿਆਂ ਦਾ ਕਾਰਜਕਾਲ ਬਹੁਤ ਵਧੀਆ ਰਿਹਾ। ਇਸ ਵਾਰ ਦਾ ਬਜਟ ਹੈ ਉਹ ਆਮ ਲੋਕਾਂ ਨੇ ਚੁਣਿਆ, ਇਸ ਲਈ ਦੁਬਾਰਾ ਤੋਂ ਫਿਰ ਇੱਕ ਸਰਪੰਚ। ਭਾਈ ਮਾਈਕ ਡਾਊਨ ਕਰ ਲਓ ਯਾਰ, ਮੁੱਕੇ ਮਾਰਨਾ ਲੋਗੋ। ਮੈਂ 2002 ਤੋਂ ਲੜ ਰਿਹਾ, ਉਹ ਤਾਂ ਹੁਣ ਗੋਲਡੀ ਭਾਈ ਠੀਕ ਹੈ ਨਾ, ਮੈਂ 2002 ਤੋਂ ਲੜ ਰਿਹਾ। ਸੋ ਇਹ ਚੀਜ਼ਾਂ ਕਹਿਣੀਆਂ ਪੂਰੀ ਜ਼ਰੂਰੀ ਨਹੀਂ ਵੀ ਪੈਸੇ ਵਾਲਾ ਬੰਦਾ ਸੇਵਾ ਨਹੀਂ ਕਰ ਸਕਦਾ। ਇੱਕ ਆਮ ਬੰਦਾ, ਜੇ ਉਹ ਆਮ ਬੰਦਾ ਤਾਂ ਮੇਰੇ ਨਾਲ ਉਹਦੀ ਪ੍ਰਾਪਰਟੀ ਮੈਚ ਕਰ ਲਓ, ਠੀਕ ਹੈ। ਜੇ ਤੁਸੀਂ ਮੈਚ ਕਰਨਾ ਤਾਂ ਐਡ ਮਟੀਰੀਅਲ ਮੈਚ ਕਰ ਲਓ। ਮੈਨੂੰ ਲੱਗਦਾ ਕੋਈ ਗਲੀ ਖੰਭਾ ਕੋਈ ਜਗ੍ਹਾ ਛੱਡੀ ਹੋਈ ਨਹੀਂ ਉਹਨਾਂ ਨੇ। ਸੋ ਉਹਨਾਂ ਕੋਲ ਇੰਨਾ ਪੈਸਾ ਕਿਵੇਂ ਆ ਗਿਆ? ਇਹ ਜਿਹੜੇ ਪੈਸੇ ਨੇ ਪੰਜਾਬ ਦੇ ਲੋਕਾਂ ਦੇ ਪੈਸੇ ਨੇ, ਜਿਹੜੇ ਗੁਜਰਾਤ 'ਚ ਲੱਗ ਰਹੇ ਨੇ, ਹਿਮਾਚਲ 'ਚ ਲੱਗ ਰਹੇ ਨੇ। 29 ਕਰੋੜ ਰੁਪਈਆ ਤਾਂ ਪੰਜਾਬ ਦਾ ਰਾਈਟ ਟੂ ਇਨਫੋਰਮੇਸ਼ਨ ਐਕਟ ਰਾਹੀਂ ਕਢਾਇਆ ਗਿਆ। ਵੀ ਇਹ ਜਿਹੜਾ ਪੈਸਾ ਇਹ ਇੱਥੋਂ ਕਿੱਧਰ ਗਿਆ? ਇਹ ਪੰਜਾਬ ਦਾ ਪੈਸਾ ਬਾਕੀ ਸਟੇਟਾਂ ਤੇ ਲਾ ਕੇ ਕੇਜਰੀਵਾਲ ਭਗਵੰਤ ਮਾਨ ਦੇ ਮੋਢੇ ਤੇ ਮਜ਼ਦੂਰ ਹੱਕੇ ਨਿਸ਼ਾਨਾ ਲਾਉਣ ਨੂੰ ਫਿਰਦਾ। ਸੋ ਪੰਜਾਬ ਵਾਲਿਆਂ ਨੂੰ ਬੇਨਤੀ ਆ ਵੀ ਬਚੋ ਇਹਨਾਂ ਤੋਂ ਭਰਾਵੋ। ਕੇਜਰੀਵਾਲ ਨੇ ਬਦਲਤਾ, ਪੋਸਟਰਾਂ ਦੇ ਸਲੋਗਨ ਕੁਝ ਹੋਰ ਨਜ਼ਰ ਆ ਰਿਹਾ। ਆਮ ਆਦਮੀ ਪਾਰਟੀ ਦਾ ਜਿਹੜਾ ਸਲੋਗਨ ਸੀ ਉਹਦੇ ਨਾਂ ਤੇ ਸਲੋਗਨ ਰੱਖਿਆ। ਬਾਈ ਇਹ ਤੁਸੀਂ ਦੇਖਿਓ ਹੌਲੀ ਹੌਲੀ ਹੋਊਗਾ ਕਿ ਇਹ ਜਿਹੜੇ ਲੋਕ ਯਾਰ ਵੋਟਾਂ ਤੋਂ ਪਹਿਲਾਂ ਲੋਕਾਂ ਕੋਲੇ ਨਹੀਂ ਜਾ ਸਕਦੇ, ਵੋਟਾਂ ਤੋਂ ਬਾਅਦ ਲੋਕਾਂ ਕੋਲੇ ਕੀ ਜਾਣਗੇ? ਸਿਰਫ ਰੋਡ ਸ਼ੋਆਂ ਤੇ ਜ਼ੋਰ ਦਿੱਤਾ, ਪੂਰਾ ਸਰਕਾਰੀ ਪੈਸੇ ਦੀ ਬਰਬਾਦੀ ਕਰੀ ਆ। 1000-2000 ਪੁਲਿਸ ਵਾਲੇ ਨਾਲ ਲੈ ਕੇ ਤੇ ਅਸੀਂ ਨੇ ਕੋਈ ਰੋਡ ਸ਼ੋਅ ਨਹੀਂ ਕਰਿਆ। ਅਸੀਂ ਤਾਂ ਬਿਲਕੁਲ ਲੋਕਾਂ ਦੇ ਵਿੱਚ ਪਹੁੰਚੇ ਹਾਂ ਜੀ। ਚਾਹੇ ਰਾਜਾ ਵੜਿੰਗ ਜੀ ਹੋਣ, ਚਾਹੇ ਮੈਂ ਤੇ ਚਾਹੇ ਮੇਰੀ ਵਾਈਫ, ਅਸੀਂ ਤਿੰਨਾਂ ਨੇ ਟੀਮਾਂ ਬਣਾ ਕੇ ਰੋਜ਼ ਦੇ 18 ਤੋਂ 20 ਪ੍ਰੋਗਰਾਮ ਜਿਹੜੇ ਪਿੰਡਾਂ ਦੇ ਵਿੱਚ ਕਰ ਰਹੇ ਸੀ। ਅਸੀਂ ਸੱਥਾਂ 'ਚ ਗਏ ਆ, ਸੱਥਾਂ 'ਚ ਲੋਕਾਂ ਤੋਂ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਹੋ। ਇਹ ਸੱਥਾਂ 'ਚ ਵੜ ਹੀ ਨਹੀਂ ਸਕਦੇ, ਤਾਂ ਹੀ ਇਹ ਸੜਕਾਂ ਤੇ ਕਿਹੜੇ ਮਾਰਦੇ ਫਿਰਦੇ ਨੇ। ਕੰਮ ਦੇ ਟਾਈਮ ਤੇ ਦੱਸੋ ਮੇਨ ਰੋਡ ਤੇ ਕਿਹੜਾ ਬੰਦਾ ਹੋਊਗਾ? ਉਹ ਆਪਾਂ ਨੇ ਦੇਖਿਆ ਜੀ। ਸਿੱਧੂ ਮੂਸੇਵਾਲੇ ਦੇ ਨਾਮ ਤੇ ਵੋਟਾਂ ਮੰਗੀਆਂ, ਲੱਗਦਾ ਕੋਈ ਅਸਰ ਦੇਖਣ ਨੂੰ ਮਿਲੇਗਾ ਉਸ ਚੀਜ਼ ਦਾ? ਕਿਹਨੇ ਮੰਗਿਆ ਜੀ? ਤੁਸੀਂ ਕਿਹਾ ਕਿ ਜੀ ਸਿੱਧੂ ਮੂਸੇਵਾਲੇ ਦੀ ਮੌਤ ਦਾ ਬਦਲਾ ਜਿਹੜਾ ਉਹ ਵੋਟਾਂ ਕਿਹਨੇ ਕਿਹਾ? ਕਿਹਨੇ ਕਿਹਾ? ਰਾਜਾ ਵੜਿੰਗ ਦਾ ਅਫੀਸ਼ੀਅਲੀ ਬਿਆਨ ਹੈ, ਪ੍ਰੈਸ ਨੋਟ ਜਾਰੀ ਕੀਤਾ। ਇਹਦੇ 'ਚ ਜਿਹੜਾ ਸਾਡਾ ਹਿੱਸਾ ਉਹ ਸਾਡਾ ਭਰਾ ਉਹ, ਇਹਦੇ ਤੇ ਮੈਂ ਵੋਟ ਨਹੀਂ ਮੰਗ ਰਿਹਾ। ਪਰ ਕੀ ਅਸੀਂ ਆਪਦੇ ਭਰਾ ਵਾਸਤੇ, ਆਪਦੇ ਨਾਲ ਦੇ ਨੁਮਾਇੰਦੇ ਵਾਸਤੇ ਅਸੀਂ ਉਹਦੇ ਇਨਸਾਫ ਦੀ ਮੰਗ ਨਹੀਂ ਕਰ ਸਕਦੇ? ਕਿਉਂ ਨਹੀਂ ਕਰ ਸਕਦੇ ਦੱਸੋ? ਕੱਲ ਨੂੰ ਆਪਾਂ ਦੋ ਭਰਾ, ਤੁਹਾਨੂੰ ਕੁਝ ਹੋ ਜੇ ਜਾਂ ਮੈਨੂੰ ਕੁਝ ਹੋ ਜੇ, ਫਿਰ ਅਸੀਂ ਬਹਿ ਜਾਈਏ ਜੀ? ਜੇ ਤੁਹਾਡਾ ਭਰਾ ਕੋਈ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਆ,
ਸੋ ਬੰਦੇ ਤਾਂ ਉਹੀ ਨੇ ਜੇ ਆਪਾਂ ਰਾਜਨੀਤਿਕ ਬੰਦਿਆਂ ਨੂੰ ਬੰਦੇ ਕਿਉਂ ਨਹੀਂ ਸਮਝਦੇ ਤੇ ਕਿਉਂ ਨਹੀਂ ਅਸੀਂ ਆਪਦੇ ਭਰਾ ਦੀ ਮੰਗ ਕਰ ਸਕਦੇ ਕਿਉਂ ਨਹੀਂ ਅਸੀਂ ਆਪਦੇ ਭਰਾ ਦਾ ਜਿਹੜਾ ਕੌਣ ਜ਼ਿੰਮੇਵਾਰ ਸੀ ਇੱਕ ਦਿਨ ਪਹਿਲਾਂ ਗਨਮੈਨ ਲਏ ਨੇ ਉਹਦੇ ਤੋਂ ਕੀ ਪ੍ਰਧਾਨ ਇਹਨੂੰ ਸੀਐਮ ਨੂੰ ਪੇਜ ਤੇ ਪਾਉਣ ਦੀ ਕੀ ਲੋੜ ਪੈ ਗਈ ਸੀ ਸਾਰਿਆਂ ਨੂੰ ਦੱਸਣ ਦੀ ਕੀ ਲੋੜ ਪੈ ਗਈ ਸੀ ਕੀ ਫੋਕੀ ਵਾਵਾ ਖੱਟਣ ਦੀ ਉਹ ਮੁੰਡਾ ਦੁਬਾਰੇ ਮੁੜਿਆ ਆਊਗਾ ਪੰਜਾਬ ਦਾ ਉਹ ਸਿੱਧੂ ਮੂਸੇਵਾਲੇ ਦੀ ਜਿਹੜੀ ਕਲਮ ਸੀ ਉਹ ਮੁੜਿਆ ਆਊਗੀ ਨਹੀਂ ਮੁੜ ਸਕਦੀ ਸੋ ਇਹ ਜਿਹੜੇ ਜੇ ਇਹੋ ਜਿਹੇ ਬੰਦੇ ਨੇ ਕੇਜਰੀਵਾਲ ਸਾਹਿਬ ਤੋਂ ਤਾਂ ਇਹ ਪਰਮਿਸ਼ਨ ਲੈ ਕੇ ਆਇਆ ਵੀ ਦੱਸੋ ਅਸੀਂ ਮੂਸੇਵਾਲਾ ਸਾਹਿਬ ਦੇ ਘਰ ਜਾਈਏ ਕਿ ਨਾ ਜਾਈਏ ਸੋ ਇਹ ਚੀਜ਼ਾਂ ਨਹੀਂ ਸਿਮਰਨਜੀਤ ਸਿੰਘ ਮਾਨ ਵੀ ਇਹੀ ਕਹਿ ਰਹੇ ਨੇ ਸਾਰੀਆਂ ਪਾਰਟੀਆਂ ਇਹ ਕਹਿ ਰਹੀਆਂ ਨੇ ਤੇ ਇਹਨਾਂ ਦੀ ਗਲਤੀ ਹੈ ਇਹ ਮੰਨਣਾ ਚਾਹੀਦਾ ਵੀ ਇਹ ਸਾਡਾ ਫਾਲਟ ਹੈ ਯਾਰ ਇਹ ਮੈਨੂੰ ਲੱਗਦਾ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਆਪਾਂ ਤੁਰਦੇ ਤੁਰਦੇ ਕਰਦੇ ਹਾਂ ਮੈਂ ਲੋਕਾਂ ਨੂੰ ਤੰਗ ਨਹੀਂ ਕਰਨਾ ਕੇਜਰੀਵਾਲ ਦਾ ਪੰਜਾਬ ਚ ਆਉਣਾ ਕੀ ਕਹਿਣਾ ਕੇਜਰੀਵਾਲ ਯਾਰ ਪੰਜਾਬ ਚ ਆਉਣ ਦਾ ਰੀਜ਼ਨ ਕੀ ਆ ਡਰ ਰਹੇ ਨੇ ਜੀ ਘਬਰਾ ਰਹੇ ਨੇ ਜੀ ਤੇ ਬਹੁਤ ਜਿਹੜਾ ਇੱਕ ਮੈਨੂੰ ਲੱਗਦਾ ਵੀ ਹੁਣ ਫਿਕਰ ਪੈ ਰੱਖੀ ਆ 3 ਮਹੀਨੇ ਤਾਂ ਉੱਥੇ ਨਿਕਲੇ ਨਹੀਂ ਹੈਗੇ ਸੁੱਖ ਸੁਵਿਧਾ ਠੀਕ ਹੈ ਨਾ ਤੇ ਇਹ ਲੀਡਰਾਂ ਦੀਆਂ ਕੋਠੀਆਂ ਦੀਆਂ ਗੱਲ ਕਰਦੇ ਸੀ ਇਹਨਾਂ ਕੋਲੇ 5 ਕੋਠੀਆਂ ਰੱਖੀ ਬੈਠੇ ਨੇ ਇਹ ਸੋ ਬਹੁਤ ਸਾਰੇ ਅਜਿਹੇ ਮੁੱਦੇ ਨੇ ਯਾਰ ਮੈਨੂੰ ਲੱਗਦਾ ਕਿ ਅੱਜ ਲੋਕਾਂ ਨੂੰ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਵੀ ਮੇਰੀ ਮਿਹਨਤ ਕਰਕੇ ਆਈ ਆ ਮੇਰੇ ਬਰਾਬਰ ਕੈਂਡੀਡੇਟਾਂ ਦੀ ਜਿਹੜੀ ਆਪਣਾ ਪਰਫਾਰਮੈਂਸ ਆ ਉਹ ਰੱਖ ਕੇ ਦੇਖ ਲਓ ਜੇ ਮੇਰੇ ਕੰਮ ਘੱਟ ਹੋਏ ਜਾਂ ਮੈਂ ਹਰੇਕ ਦੁੱਖ ਦੇ ਸੁੱਖ ਦੀ ਘੜੀ 'ਚ ਨਾ ਖੜਿਆ ਹੋਇਆ ਫਿਰ ਤਾਂ ਮੈਨੂੰ ਵੋਟ ਨਾ ਪਾਇਓ ਜੇ ਮੈਂ ਕੰਮ ਕਰੇ ਹੋਏ ਮੇਰੇ ਧੂਰੀ ਹਲਕਿਆਂ ਨੂੰ ਕਾਲ ਕਰਕੇ ਦੇਖ ਲਓ ਜੇ ਮੈਂ 5 ਸਾਲ ਦਿਨ ਰਾਤ ਮਿਹਨਤ ਕਰੀ ਯੂਨੀਵਰਸਿਟੀ ਦੇ ਵਿੱਚ ਮਿਹਨਤ ਕਰੀ ਐਸਡੀ ਕਾਲਜ ਯੂਥ ਕਾਂਗਰਸ ਜਿੰਨੇ ਮੁੱਦੇ ਚੱਕੇ ਨੇ ਮੈਂ ਸਟੂਡੈਂਟਸ ਦੇ ਜੇ ਮੈਂ ਨਾ ਚੱਕੇ ਹੋਏ ਮੈਨੂੰ ਵੋਟ ਨਾ ਪਾਇਓ ਜੇ ਮੈਂ ਚੱਕੇ ਹੋਏ ਤਾਂ ਸਾਰਿਆਂ ਤੋਂ ਮੈਂ ਉਮੀਦ ਕਰਦਾ ਵੀ ਸਾਰੇ ਭੈਣਾਂ ਭਰਾਵਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਕਿ ਉਹ ਵੱਧ ਤੋਂ ਵੱਧ ਅੱਜ ਜਿਹੜਾ ਆਪਦਾ ਮਤ ਦਾ ਦਾਨ ਉਹ ਵਧੀਆ ਤਰੀਕੇ ਨਾਲ ਕਰਨ ਵੋਟ ਪਾਉਣ ਜ਼ਰੂਰ ਆਇਓ ਚਾਹੇ ਕਿਸੇ ਵੀ ਪਾਰਟੀ ਨੂੰ ਵੋਟ ਪਾਓ ਇਹ ਤੁਹਾਡਾ ਰਾਈਟ ਬਣਦਾ ਇਹ ਚੁਣਨਾ ਡੈਮੋਕ੍ਰੇਸੀ ਦਾ ਇੱਕ ਸਿਸਟਮ ਆ ਸੋ ਮੈਨੂੰ ਲੱਗਦਾ ਕਿ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦਾ ਉਤਸ਼ਾਹ ਟ੍ਰੈਫਿਕ ਬੰਦ ਹੋ ਰੱਖਿਆ ਮੈਂ ਵੀ ਬੋਲਣਾ ਨਹੀਂ ਟ੍ਰੈਫਿਕ ਬੰਦ ਹੋ ਰੱਖਿਆ ਮੈਂ ਲੋਕ ਤੱਕ ਨਹੀਂ ਭਾਈ ਮਾਈਕਲ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਉਤਸ਼ਾਹ ਲੋਕਾਂ ਨੂੰ ਬੇਨਤੀ ਕਰਨੀ ਵੀ ਬੜੇ ਵਧੀਆ ਤਰੀਕੇ ਨਾਲ ਜਿਹੜਾ ਵੋਟ ਕਰਿਓ ਹਰੇਕ ਬੰਦਾ ਵੋਟ ਕਰਨ ਨੂੰ ਪਹੁੰਚਿਓ ਸੋ ਜਿਹੜਾ ਅੱਜ ਸੱਤਾਧਾਰੀ ਧਿਰ ਦਾ ਨੁਮਾਇੰਦਾ ਮੈਂ ਸੱਤਾਧਾਰੀ ਧਿਰ ਦੇ ਜਿਹੜੇ ਨੁਮਾਇੰਦੇ 7 ਨੰਬਰ ਜਿਹੜਾ ਨੁਮਾਇੰਦਾ ਵਿਰੋਧੀ ਧਿਰ ਹੀ ਵਧੀਆ ਤਰੀਕੇ ਨਾਲ ਸੱਤਾਧਾਰੀ ਧਿਰ ਦੇ ਸਵਾਲ ਜਵਾਬ ਕਰ ਸਕਦੇ ਜਿਹੜੇ ਉਹਨਾਂ ਨੇ ਵਾਅਦੇ ਕਰੇ ਨੇ ਉਹਨਾਂ ਨੂੰ ਚੈਲੰਜ ਕਰਨ ਦੇ ਲਈ ਵਿਰੋਧੀ ਧਿਰ ਹੀ ਤਕੜੇ ਤਰੀਕੇ ਨਾਲ ਜਿਹੜਾ ਲੜਾਈ ਲੜ ਇਲੈਕਸ਼ਨ ਲੜਨੀ ਕੋਈ ਛੋਟੀ ਚੀਜ਼ ਹੁੰਦੀ ਹੈ ਇੱਕ ਆਮ ਪਰਿਵਾਰ ਦਾ ਮੁੰਡਾ ਜਿਹੜਾ ਇੱਕ ਜਮੀਨ ਸੁਧਾਰਨ ਪਰਿਵਾਰ ਦਾ ਉਹਨੂੰ ਹੌਸਲਾ ਦਿਆ ਕਰੋ ਵੀ ਸ਼ਾਬਾਸ਼ ਉਹ ਲੜ ਰਹੇ ਡਰ ਵਾਲੀ ਇਹਦੇ 'ਚ ਕੋਈ ਗੱਲ ਨਹੀਂ ਦੇਖਦੇ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਬਹੁਤ ਵੱਡਾ ਵਿਸ਼ਵਾਸ ਪਾਇਆ ਹਾਂ ਬਿਲਕੁਲ ਮੇਰੇ ਤੋਂ ਨਹੀਂ ਪਹਿਲਾਂ ਤੇ ਹੁਣ ਐਮਪੀ ਨੂੰ ਚੁਣਨਗੇ ਤੇ ਦੋਨਾਂ ਦਾ ਮੁਕਾਬਲਾ ਹੋਊਗਾ ਉਹ ਹੋਊਗਾ ਮੋਦੀ ਪਾਰਟੀਆਂ ਜਿਹੜਾ ਵਧੀਆ ਕੰਮ ਕਰਦਾ ਟ੍ਰੈਫਿਕ ਨੂੰ ਨਿਕਲ ਲੈਣ ਦੋ ਲੱਗੇ ਬੰਦ ਹੋ ਰਹੇ ਨੇ ਕੋਈ ਫਾਇਦਾ ਨਹੀਂ ਹੋ ਰਿਹਾ ਸਤਿ ਸ਼੍ਰੀ ਅਕਾਲ ਭਾਈ ਮੈਂ ਨਾ ਅੱਗੇ ਗੱਲ ਕਰਦਾ ਤੁਹਾਡੇ ਨਾਲ ਮੈਂ ਵੋਟ ਪਾਇਆ ਮੈਂ ਕਿਉਂਕਿ ਟ੍ਰੈਫਿਕ ਡਿਸਟਰਬ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਦੱਸਿਆ ਭਾਜੀ ਕੀ ਹਾਲ ਹੈ ਅੰਕਲ ਆਸ਼ੀਰਵਾਦ ਰੱਖਿਓ ਜੀ ਵੋਟ ਤੋਂ ਪਿੱਛੇ ਲੋਕ ਸਭਾ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਇੱਧਰ ਭੈਣੇ ਇੱਧਰ ਆਈ ਬੰਦੇ ਨੂੰ ਲੈ ਜਾਣ ਆ ਰਹੇ ਆ ਜੀ ਆ ਰਹੇ ਸੋ ਕਹਿ ਰਹੇ ਨੇ ਲਿਆਉਣਾ ਆ ਰਹੇ ਆ
ਹੀ ਪਾ ਦਿੰਦੇ ਹਾਂਜੀ ਅੰਕਲ ਜੀ ਕੀ ਹਾਲ ਆ ਠੀਕ ਠਾਕ ਜੀ ਆਪਾਂ ਹੀ ਪਾ ਦਿੰਦੇ ਹਾਂਜੀ ਅੰਕਲ ਜੀ ਕੀ ਹਾਲ ਆ ਠੀਕ ਠਾਕ ਜੀ
ना जाने से आप आई बात है अनेक की हालत ठीक है जी ना जाने से
ਹਾਂਜੀ ਹਾਂਜੀ ਅੰਕਲ ਜੀ ਕੀ ਹਾਲ ਆ ਠੀਕ ਠਾਕ ਜੀ ਠੀਕ ਤਸਵੀਰ जाना ना जाने से आप आई पा दीजिए हाँ जी ਹਾਂਜੀ ਅੰਕਲ ਜੀ ਕੀ ਹਾਲ ਆ ਠੀਕ ਠਾਕ ਜੀ ठीक तस्वीर
ना जाने से आप आई पा दीजिए। अनेक जी की हाल है? ठीक है जी। कॉलेज आ गई। मैं जाऊंगा 1 मिनट कॉल है। तो जी ਤੁਸੀਂ ਵੀ ਨਹੀਂ ਪਾ ਰਹੇ ਹੋ ਅੱਛਾ ਜਿਮੀ ਚੋਣਾਂ ਲੈ ਕੇ ਆ ਰਹਾ ਤੁਸੀਂ ਵੀਰਵਾਰ ਦੀ ਚੋਣ ਵੋਟ ਪਾਣਾ ਹੈ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਹੋ?
ਅੱਜ ਮੈਂ ਸਭ ਤੋਂ ਪਹਿਲਾਂ ਸੰਗਰੂਰ ਨਿਵਾਸੀਆਂ ਨੂੰ ਬੇਨਤੀ ਕਰਦਾ ਔਰ ਅਪੀਲ ਵੀ ਕਰਦਾ ਕਿ ਅੱਜ ਵੋਟ ਦਾ ਅਧਿਕਾਰ ਜਿਹੜਾ ਕਿ ਇੱਕ ਬਹੁਤ ਵੱਡਾ ਅਧਿਕਾਰ ਆ, ਜਿਹਨੂੰ ਆਪਾਂ ਮਤਦਾਨ ਦਿੰਦੇ ਹਾਂ, ਮਤ ਦੇ ਨਾਲ ਦਾਨ, ਆਪਣੀ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ, ਆਰਥਿਕ ਹਾਲਤ ਨੂੰ ਦੇਖਦੇ ਹੋਏ, ਆਪਣੇ ਸੰਗਰੂਰ ਪਾਰਲੀਮੈਂਟ ਦੀ ਖੁਸ਼ਹਾਲੀ ਨੂੰ ਦੇਖਦੇ ਹੋਏ ਵੋਟ ਜਿਹੜੀ ਆ ਉਹਦਾ ਅਧਿਕਾਰ ਕਰੋ। ਵੋਟ ਜ਼ਰੂਰ ਪਾਉਣ ਜਾਓ। ਸਾਰਿਆਂ ਨੂੰ ਅੱਜ ਮੇਰੀ ਬੇਨਤੀ ਆ ਕਿ ਵੱਧ ਤੋਂ ਵੱਧ ਵੋਟ ਕਰੋ। ਸਾਰੇ ਹੀ ਵੀਰਾਂ ਤੇ ਭੈਣਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਵੋਟ ਜ਼ਰੂਰ ਪਾਉਣ ਜਾਓ, ਵੋਟ ਦਾ ਅਧਿਕਾਰ ਕਰੋ ਤਾਂ ਕਿ ਆਪਣੇ ਸੂਬੇ ਦੀ ਖੁਸ਼ਹਾਲੀ ਹਾਸਲ ਹੋ ਸਕੇ। ਔਰ ਇਹ ਦੇਖੋ ਕਿ ਕਿਹੜਾ ਉਮੀਦਵਾਰ ਤੁਹਾਡੇ ਲਈ ਕੋਈ ਵੱਡੇ ਕੰਮ ਕਰ ਸਕਦਾ, ਆਰਥਿਕ ਹਾਲਤ ਨੂੰ ਸੁਧਾਰ ਸਕਦਾ, ਕਾਨੂੰਨ ਵਿਵਸਥਾ ਨੂੰ ਸੁਧਾਰ ਸਕਦਾ। ਜਿਹੜਾ ਉਮੀਦਵਾਰ ਕੇਂਦਰ ਦੇ ਨਾਲ ਹੈ, ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ, ਆਰਥਿਕ ਹਾਲਤ ਨੂੰ ਦੇਖਦੇ ਹੋਏ, ਉਸ ਨੂੰ ਵੋਟ ਕਰੋ। ਅੱਜ ਮੈਂ ਬਹੁਤ ਅਪੀਲ ਕਰਦਾ ਸਾਰਿਆਂ ਨੂੰ ਕਿ ਵੋਟ ਦਾ ਅਧਿਕਾਰ ਜ਼ਰੂਰ ਕਰੋ। ਇਹ ਬਹੁਤ ਵੱਡਾ ਅਧਿਕਾਰ ਆ। फोटो कराने से कह रहे हैं ढिल्लों साहब ने बुलाया फोटो करानी है ਜਿਹੜੀਆਂ ਨੇ ਉਹ ਵੋਟ ਪੋਲਿੰਗ ਕਰਨੀ ਹੈ। 1766 ਨੇ ਜਿਹੜੇ ਪੋਲਿੰਗ ਸਟੇਸ਼ਨ ਜਿਹੜੇ ਨੇ ਬਣਾਏ ਗਏ ਨੇ। ਜੇ ਵੋਟਾਂ ਦੀ ਗੱਲ ਕਰੀਏ ਤਾਂ ਲਗਭਗ 296 ਦੇ ਦੋ ਨੇ ਤੇ ਮਲੇਰਕੋਟਲਾ ਦੇ ਵਿੱਚ ਸਭ ਤੋਂ ਵੱਧ 88 ਜਿਹੜੇ ਨੇ ਸੈਂਸਿਟਿਵ ਬੂਥ ਨੇ ਜਿੱਥੇ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਆਰਮਡ ਫੋਰਸਿਸ ਤੈਨਾਤ ਕੀਤੀਆਂ ਗਈਆਂ ਨੇ। ਲਗਭਗ 6716 ਦੇ ਕਰੀਬ ਸੈਂਟਰਲ ਆਰਮਡ ਤੇ ਸਟੇਟ ਆਰਮਡ ਦੀ ਜਿਹੜੀ ਫੋਰਸਿਸ ਉਹ ਤੈਨਾਤ ਕੀਤੀ ਗਈ ਹੈ ਤਾਂ ਕਿ ਸੁਖਾਵੇਂ ਤਰੀਕੇ ਨਾਲ ਵੋਟਾਂ ਹੋ ਸਕਣ। ਕੋਈ ਉਂਗਲ ਚੱਕ ਲਓ ਜੀ, ਉਂਗਲ ਕਰ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਬੇਟਾ ਵੀ ਆਪਦੀ ਵੋਟ ਦਾ ਇਸਤੇਮਾਲ ਨਿਰਭੈ ਹੋ ਕੇ ਕਰਨ। ਦੀਪ ਕੌਰ ਜੀ। ਤੁਹਾਡੇ ਜਿਹੜੇ ਪਤਨੀ ਸਵਾਰਾ ਲੋਕ ਸਭਾ ਦੀ ਉਮੀਦਵਾਰ ਹੈ, ਕਿਵੇਂ ਦੇਖਦੇ ਹੋ ਤੁਸੀਂ ਅੱਜ ਦੋਨੋਂ ਇਕੱਠੇ ਵੋਟਿੰਗ ਕਰਨ ਆਏ ਹੋਗੇ? ਇਹ ਉਮੀਦਵਾਰ ਜਿਹੜੇ ਵੋਟਰ ਨੇ ਉਹਨਾਂ ਨੂੰ ਕੀ ਕਰਨਾ? ਬਸ ਇਹੀ ਅਪੀਲ ਕਰ ਰਹੇ ਹਾਂ ਕਿ ਸਾਡੇ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ ਸਾਨੂੰ ਵੋਟ ਦਾ ਜਿਹੜਾ ਅਧਿਕਾਰ ਦਿਵਾਇਆ ਹੈ, ਬਹੁਤ ਹੀ ਸੂਝ-ਬੂਝ ਦੇ ਨਾਲ ਜਿਹੜੀ ਆਪਣੀ ਵੋਟ ਦੀ ਉਹ ਵਰਤੋਂ ਹਰ ਵੋਟਰ ਕਰੇ। ਦੇਖੋ, ਮੈਂ ਸੰਗਰੂਰ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਾਂਗਾ ਵੀ ਜੋ ਸਾਨੂੰ ਅਧਿਕਾਰ ਮਿਲਿਆਗਾ ਸ਼ਹੀਦਾਂ ਦੁਆਰਾ ਫਾਂਸੀਆਂ ਦੇ ਚੜ੍ਹ ਕੇ ਵੋਟ ਪਾਉਣ ਦਾ ਅਧਿਕਾਰ ਮਿਲੇਗਾ, ਇਹਦੀ ਵਰਤੋਂ ਕਰਨਾ ਤੇ ਸਾਫ਼ ਸੁਥਰੀ ਇਮਾਨਦਾਰ ਪਾਰਟੀ ਨੂੰ ਵੋਟ ਕਰਨਾ। ਕਿਵੇਂ ਦੇਖਦੇ ਹੋ ਅੱਜ ਤੁਹਾਡਾ ਮਹਾ ਮੁਕਾਬਲਾ ਪੂਰੇ ਬਲਾਕ ਦੇ ਵਿੱਚ, ਸੰਗਰੂਰ ਦੇ ਵਿੱਚ, ਸਾਰੇ ਹਲਕਿਆਂ 'ਚ ਕਿਵੇਂ ਦਾ ਤੁਹਾਨੂੰ ਲੱਗ ਰਿਹਾ? ਮਾਹੌਲ ਕਿਵੇਂ ਲੱਗ ਰਿਹਾ? ਦੇਖੋ, ਮਾਹੌਲ ਬਹੁਤ ਵਧੀਆ, ਨੌਜਵਾਨਾਂ ਦੇ ਵਿੱਚ ਜੋਸ਼ ਆ, ਮਾਵਾਂ ਦਾ ਆਸ਼ੀਰਵਾਦ ਮਿਲ ਰਿਹਾ, ਬਜ਼ੁਰਗਾਂ ਦਾ ਸਾਥ ਮਿਲ ਰਿਹਾ। ਗੁਰਮੇਲ ਜੀ, ਤੁਸੀਂ ਵੋਟ ਪਾਉਣਾ ਹੈ, ਤੁਹਾਡੇ ਮਾਪੇ ਤੁਹਾਡੇ ਨਾਲ ਆਏ ਨੇ, ਆਸ਼ੀਰਵਾਦ ਨਾਲ ਆ ਪੂਰਾ? ਬਿਲਕੁਲ ਜੀ, ਬਿਲਕੁਲ। ਅੱਜ ਸਵੇਰੇ ਮਾਤਾ ਪਿਤਾ ਤੋਂ ਆਸ਼ੀਰਵਾਦ ਲੈ ਕੇ ਚੱਲਾਂਗੇ ਤੇ ਅੱਗੇ ਹਲਕੇ ਦੇ ਹੋਰ ਪਿੰਡਾਂ 'ਚ ਵੀ ਜਾਵਾਂਗੇ। ਭਗਵੰਤ ਮਾਨ ਵੀ ਆਇਆ ਸੀ, ਕੇਜਰੀਵਾਲ ਵੀ ਰੋਡ ਸ਼ੋਅ ਕਰ ਰਹੇ ਨੇ। ਮੁਕਾਬਲਾ ਕਿਵੇਂ ਦੇਖਦੇ ਹੋ? ਕਿਉਂਕਿ ਪੂਰੀ ਟੱਕਰ ਦਾ ਜਿਹੜਾ ਮੁਕਾਬਲਾ ਤੁਹਾਨੂੰ ਲੱਗ ਰਿਹਾ, ਕਿਵੇਂ ਲੱਗਦਾ? ਦੇਖੋ, ਮੁਕਾਬਲਾ ਹਮੇਸ਼ਾ ਸਾਡਾ ਮੁੱਦਿਆਂ ਦੇ ਨਾਲ ਰਹੇਗਾ। ਤੁਸੀਂ ਦੇਖੋਗੇ ਵੀ ਇੱਕ ਤਰਫੀ ਫਾਈਟ ਹੈ। ਪੂਰੇ ਪਰਿਵਾਰ ਨਾਲ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈਗਾ। ਤੁਸੀਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹੋ, ਕਿਵੇਂ ਲੱਗ ਰਿਹਾ ਇਸ ਵਾਰ? ਦੇਖੋ, ਅੱਜ ਵੋਟਾਂ ਦਾ ਦਿਨ ਹੈਗਾ। ਸਾਰੇ ਸੰਗਰੂਰ ਹਲਕੇ ਦੇ ਵੋਟਰਾਂ ਨੂੰ ਇਹੀ ਅਪੀਲ ਕਰਾਂਗੇ ਵੀ ਆਪਣੀ ਆਪਣੀ ਮਤ ਦਾ ਅਧਿਕਾਰ ਦਾ ਵਰਤੋਂ ਕਰਨਾ। देखिए, ये लोकतंत्र की एक निशानी है कि हर एक नागरिक को जो वोटर है उसको अपनी वोट का इस्तेमाल करना चाहिए। और मेरी सभी लोकसभा हल्का संगरूर के जितने भी वोटर हैं उन सभी से अपील है कि अपने मत का प्रयोग किए, अपने वोट का प्रयोग किए और लोकतंत्र को और मजबूत बनाएं। कैसे देखते हो इस बार का माहौल? कैसा लग रहा है? किस पार्टी के साथ टक्कर देखते हो? देखिए, बहुत अच्छा माहौल है। थोड़ा समय पहले पंजाब के लोगों ने कांग्रेस पार्टी की, अकाली दल बीजेपी की जमानत जब्त करवाई है और इस बार फिर जमानत जब्त करवाएंगे और गुरमेल सिंह गराचों जो हैं वो हैट्रिक बनाएंगे। एक सरपंच से लेके देश की संसद में पहुंचेंगे। ये बहुत बड़ा उलटफेर है और आम लोगों के घरों, जो आम लोगों के घरों के लोग हैं, बच्चे हैं, वो देश की संसद में जा रहे हैं, स्टेट की असेंबली में जा रहे हैं। इससे पहले राजे रजवाड़े जाते थे और स्टेट को बर्बाद करते थे। आज पंजाब को इन लोगों ने, चाहे कांग्रेस पार्टी हो, चाहे बीजेपी हो, चाहे अकाली दल हो, इन्होंने पंजाब को बर्बाद किया और अब पंजाब के लोग इनकी जमानत जब्त करवाएंगे। लगता है कि अभी सीजन
सीजन है धान का, तो वोटिंग बिल्कुल सीज़न भी है, धान का सीज़न भी है और गर्मी भी बहुत पड़ रही है, पर लेकिन फिर भी लोग पंजाब के लोग एक मजबूत लोकतंत्र के लिए अपनी वोट का इस्तेमाल करेंगे। राजा बड़िंग के बयान को किस तरह देखते हैं? ऐन मौके पर बयान आता है कि आम आदमी पार्टी देखिए, कांग्रेस पार्टी को घटिया राजनीति नहीं करनी चाहिए। सिद्धू मूसेवाला जी सबके पंजाब के लोगों के सत्कारित थे, उनका बहुत ज़्यादा पंजाब के लोगों के दिलों में उनके लिए बहुत ज़्यादा कदर थी। उनकी मौत का बदला, उनके कत्ल का बदला पंजाब सरकार लेगी, किसी को नहीं छोड़ा जाएगा और कानून अपना काम करेगा और सख्त से सख्त सज़ा जो है उनके हथियारों को दी जाएगी। भाजपा कह रही है कि उनके हथियारों को दिल्ली पुलिस पकड़ रही है, दिल्ली पुलिस भाजपा के अंडर है, तो पंजाब सरकार अपनी देखिए, पंजाब सरकार यहाँ का जो है कानून है, यहाँ की कानून की मशीनरी है, वो बिल्कुल अच्छे से काम कर रही है। पूरे जहाँ भी हथियारे मिलते हैं, चाहे वो दिल्ली में हो, चाहे गुजरात में हो, जहाँ भी है, हमारी पुलिस जा रही है, उनको पकड़ के जेल में डालेंगे। ਉਹ ਬੇਸਿਕਲੀ ਸਾਡੀ ਪਰਫਾਰਮੈਂਸ ਰਿਹਾ। ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਨੇ ਪਹਿਲਾਂ ਪਾਰਲੀਮੈਂਟ ਦੇ ਵਿੱਚ 8 ਸਾਲ ਪੰਜਾਬ ਦੀ ਬੜੀ ਬੁਲੰਦੀ ਦੇ ਨਾਲ ਆਵਾਜ਼ ਚੱਕੀ ਹੈ, ਨੰਬਰ 1। ਨੰਬਰ 2, ਪਿਛਲੇ 3 ਮਹੀਨਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡਾ ਜਿਹੜਾ ਮੇਨ ਮੁੱਦਾ ਸੀਗਾ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਪੰਜਾਬ ਦੇ ਵਿੱਚੋਂ ਖਤਮ ਕਰ ਦੇਣਾ ਤੇ ਇਸ ਸਾਰੇ ਸਿਸਟਮ ਨੂੰ ਜਿਹੜੀ ਚ ਨਿਘਾਰ ਆ ਚੁੱਕਿਆ ਇਹਨੂੰ ਦਰੁਸਤ ਕਰ ਦੇਣਾ, ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਹਰ ਰੋਜ਼ ਪੰਜਾਬ ਹਿਤੈਸ਼ੀ ਫੈਸਲੇ ਲੈ ਰਹੇ ਨੇ, ਉਹਦੇ ਉੱਪਰ ਅਸੀਂ ਵੋਟਾਂ ਮੰਗੀਆਂ ਨੇ ਹਲਕੇ ਦੇ ਲੋਕਾਂ ਤੋਂ। ਔਰ ਮੈਂ ਸਮਝਦਾ ਕਿ ਇੱਕ ਤਾਂ ਹੁੰਦੀ ਹੈ ਐਂਟੀ ਇਨਕੰਬੈਂਸੀ, ਜਿਹਦੇ 'ਚ ਲੋਕ ਖਿਲਾਫ ਹੁੰਦੇ ਨੇ ਸਰਕਾਰ ਦੇ, ਪਾਰਟੀ ਦੇ, ਕਿਉਂਕਿ ਕੁਝ ਕੀਤਾ ਨਹੀਂ ਹੁੰਦਾ ਉਹਨਾਂ ਨੇ। ਪਰ ਜਿਸ ਤਰੀਕੇ ਦੀ ਪਰਫਾਰਮੈਂਸ ਮਾਨ ਸਾਹਿਬ ਦੀ ਇੰਡੀਵਿਜੂਅਲੀ ਵੀ ਔਰ ਮਾਨ ਸਾਹਿਬ ਦੀ ਸਰਕਾਰ ਦੀ ਰਹੀ ਹੈ, ਉਹਦੇ ਨਾਲ ਇੱਕ ਪ੍ਰੋ ਇਨਕੰਬੈਂਸੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਚੱਲੀ ਹੈ। ਔਰ ਇਸ ਤੋਂ ਇਲਾਵਾ ਗੁਰਮੇਲ ਸਿੰਘ ਇੱਕ ਸਧਾਰਨ ਘਰ ਦਾ ਲੜਕਾ ਹੈ, ਪਿੰਡ ਦਾ ਸਰਪੰਚ ਹੈ, ਪਿੰਡ ਦੀ ਜਿਹੜੀ ਜ਼ਮੀਨ ਹੈ ਉਹਨੂੰ ਬਚਾਉਣ ਦੇ ਲਈ ਉਹਨਾਂ ਨੇ ਉਸ ਸਮੇਂ ਦੀ ਕਾਂਗਰਸ ਸਰਕਾਰ ਦੇ ਨਾਲ ਮੱਥਾ ਲਾ ਕੇ ਰੱਖਿਆ। ਸੋ ਮੈਂ ਸਮਝਦਾ ਕਿ ਜਿਹੜਾ ਬੰਦਾ ਗਰਾਊਂਡ ਤੋਂ ਉੱਠਿਆ ਹੋਵੇ ਉਹਨੂੰ ਗਰਾਊਂਡ ਰਿਐਲਿਟੀਜ਼ ਦਾ ਪਤਾ ਹੁੰਦਾ ਔਰ ਚੰਗੇ ਵਧੀਆ ਤਰੀਕੇ ਨਾਲ ਉਹ ਪਾਰਲੀਮੈਂਟ ਦੇ ਵਿੱਚ ਸੰਗਰੂਰ ਲੋਕ ਸਭਾ ਹਲਕੇ ਦੀ ਔਰ ਪੰਜਾਬ ਦੀ ਆਵਾਜ਼ ਚੱਕਣਗੇ। ਇਹ ਸਾਰੀਆਂ ਇਸ਼ੂਜ਼ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਗਏ ਤੇ ਬਹੁਤ ਅਕਾਲੀ ਦਲ ਨੇ ਖਾਸ ਤੌਰ ਤੇ ਲੋਕਾਂ ਦੇ ਇਮੋਸ਼ਨਸ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਪੁੱਛਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਜੇ ਇੱਕ MP ਬਣਾਉਣ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਹੋਵੇ ਤੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੋਨੋਂ ਖੁਦਾਬ MP ਨੇ, ਉਹਨਾਂ ਤੋਂ ਕਿਉਂ ਨਾ ਕਰਾਇਆ ਗਿਆ? ਨੰਬਰ 1। ਨੰਬਰ 2, ਅੱਜ ਇੰਨੇ ਲੰਮੇ ਸਮੇਂ ਬਾਅਦ ਇਹਨਾਂ ਨੂੰ ਇਹ ਐਕਚੁਅਲੀ ਹੋ ਕੀ ਰਿਹਾ ਅਕਾਲੀ ਦਲ ਨਾਲ ਆਈਡੀਓਲੋਜੀਕਲ ਕ੍ਰਾਈਸਿਸ ਹੋਇਆ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਟਾਈਮ। ਇਹ ਪਹਿਲਾਂ ਜਿਹੜੇ ਮੁੱਦੇ ਨੂੰ ਪੰਥਕ ਆਈਡੀਓਲੋਜੀ ਨੂੰ ਬਿਲਕੁਲ ਵਿਸਾਰ ਚੁੱਕੇ ਸਿਰਫ ਔਰ ਸਿਰਫ ਕਰਪਸ਼ਨ ਦੀ ਔਰ ਲੁੱਟ ਖਸੁੱਟ ਦੀ ਰਾਜਨੀਤੀ ਕੀਤੀ ਉਹਨਾਂ ਨੇ, ਹੁਣ ਉਹ ਮੁੜ ਕੇ ਦੁਬਾਰਾ ਪੰਥਕ ਏਜੰਡੇ ਵੱਲ ਜਾਣਾ ਚਾਹੁੰਦੇ ਨੇ। ਔਰ ਤੁਸੀਂ ਯੂ ਮਾਰਕ ਮਾਈ ਵਰਡਸ, ਅੱਜ ਨੋਟ ਕਰ ਲਓ, ਨਾ ਇਹਨਾਂ ਤੋਂ ਪੰਥਕ ਆਈਡੀਓਲੋਜੀ ਵੱਲ ਮੁੜ ਕੇ ਦੁਬਾਰਾ ਉਸ ਲੀਹ ਦੇ ਉੱਪਰ ਚੜ੍ਹਿਆ ਜਾਣਾ ਹੈ ਤੇ ਪੋਲੀਟੀਕਲ ਆਈਡੈਂਟੀਟੀ ਆਪਦੀ ਖੋ ਬੈਠਣਗੇ। ਹੁਣ ਇਸ ਤੋਂ ਵੱਧ ਆਈਡੀਓਲੋਜੀਕਲ ਬੈਂਕਰਪਸੀ, ਦਿਵਾਲੀਆਪਨ, ਸਿਆਸੀ ਦਿਵਾਲੀਆਪਨ ਕੀ ਹੋਊਗਾ ਕਿ ਅਕਾਲੀ ਦਲ ਦੇ ਕੈਂਡੀਡੇਟ ਦੇ ਪੋਸਟਰਾਂ ਦੇ ਉੱਪਰ ਅਕਾਲੀ ਦਲ ਦੇ ਪ੍ਰਧਾਨ ਦੀਆਂ 5 ਵਾਰ ਦੇ ਮੁੱਖ ਮੰਤਰੀ ਦੀਆਂ ਫੋਟੋ ਹੀ ਨਹੀਂ ਹੈਗੀਆਂ। ਸੋ ਇਸ ਕਰਕੇ ਇਹ ਉਹਨਾਂ ਨੇ ਸਿਰਫ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਬਹੁਤ ਲੋਕਾਂ ਨੇ ਨਕਾਰਿਆ ਔਰ ਉਹਦੇ ਰਿਜ਼ਲਟ ਤੁਹਾਨੂੰ ਸਾਹਮਣੇ ਨਜ਼ਰ ਆਉਣਗੇ। ਜਿੱਥੇ ਗੱਲ ਰਹੀ ਸਿਮਰਨਜੀਤ ਸਿੰਘ ਮਾਨ ਦੀ, ਦੇਖੋ ਉਹਨਾਂ ਦੀ ਆਈਡੀਓਲੋਜੀ ਸਿਰਫ ਔਰ ਸਿਰਫ ਖਾਲਿਸਤਾਨ ਹੈ। ਹੁਣ ਜੇ ਸਮਝਦੇ ਹੈਗੇ ਤਾਂ ਬਹੁਤ ਹੰਕਾਰ ਵਾਲੀ ਗੱਲ ਹੋਊਗੀ। ਮੈਂ ਇਹੋ ਜਿਹੇ ਹੰਕਾਰ ਤੋਂ ਅਸੀਂ 100 ਮੀਲ ਦੂਰ ਰਹਿ ਕੇ ਰਾਜ਼ੀ ਹਾਂ। ਇਹ ਤਾਂ ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਡਿਸਾਈਡ ਕਰਨਾ ਹੈ ਕਿ ਕਿਹਨੂੰ ਅਰਸ਼ 'ਤੇ, ਕਿਹਨੂੰ ਫਰਸ਼ 'ਤੇ, ਕਿਹਨੂੰ ਕਿੱਥੇ ਬਿਠਾਉਣਾ ਹੈ। ਸੋ ਮੈਂ ਇਹੋ ਜਿਹੀ ਗੱਲ ਨਹੀਂ ਕਰਦਾ ਹੈਗਾ, ਪਰ ਹਾਂ ਡੈਫੀਨੇਟਲੀ ਯੈਸ, ਅਸੀਂ ਮੁੱਦਿਆਂ ਦੀ ਲੜਾਈ ਹੈ, ਜਿਹੜੀ ਇਸ਼ੂਜ਼ ਦੀ ਲੜਾਈ ਹੈ, ਉਹ ਅਸੀਂ ਪਹਿਲਾਂ ਲੜਦੇ ਸੀ, ਉਹੀ ਅੱਜ ਲੜ ਰਹੇ ਹਾਂ। ਔਰ ਮੈਂ ਸਮਝਦਾ ਕਿ ਜਿਹੜੇ ਇਸ਼ੂਜ਼ ਪਿਛਲੇ ਲੰਬੇ ਸਮੇਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਵੱਲੋਂ ਵਿਸਾਰ ਦਿੱਤੇ ਗਏ ਸੀਗੇ, ਉਹਨਾਂ ਦੇ ਉੱਪਰ ਦੁਬਾਰਾ ਚ ਪੰਜਾਬ ਨੂੰ ਚੜਾਉਣ ਦੀ ਕੋਸ਼ਿਸ਼ ਮਾਨ ਸਾਹਿਬ ਦੀ ਸਰਕਾਰ ਵੱਲੋਂ ਹੋ ਰਹੀ ਹੈ। ਉਦੋਂ ਮੁੱਖ ਮੰਤਰੀ ਦਾ ਆਪਦਾ ਜ਼ਿਲ੍ਹਾ ਹੋਊਗਾ, ਡਿਵੈਲਪਮੈਂਟ ਦੀ ਤਾਂ ਕਮੀ ਕੋਈ ਵੈਸੇ ਵੀ ਨਹੀਂ ਰਹਿਣ ਦੇਣੀ ਹੈਗੀ। ਪਰ ਡੈਫੀਨੇਟਲੀ ਯੈਸ, ਆਮ ਆਦਮੀ ਪਾਰਟੀ ਨੂੰ ਇੱਕ ਨੁਮਾਇੰਦਾ ਚਾਹੀਦਾ ਹੈ ਜਿਹੜਾ ਲੋਕ ਸਭਾ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਚੱਕ ਸਕੇ, ਕਿਉਂਕਿ ਅੱਜ ਜਿਸ ਤਰੀਕੇ ਦੇ ਨਾਲ ਕੇਂਦਰ ਦੀ NDA ਸਰਕਾਰ, ਭਾਜਪਾ ਸਰਕਾਰ ਪੰਜਾਬ ਨੂੰ ਹਰ ਥਾਂ ਦੇ ਉੱਪਰ ਢਾਹ ਲਾ ਰਹੀ ਹੈ, ਚਾਹੇ ਉਹ ਚੰਡੀਗੜ੍ਹ ਦੀ ਗੱਲ ਹੋਵੇ, ਚਾਹੇ ਉਹ ਪਾਣੀਆਂ ਦੀ ਗੱਲ ਹੋਵੇ, ਚਾਹੇ ਉਹ ਜਿਹੜੇ ਯੂਨੀਵਰਸਿਟੀ ਦੀ ਗੱਲ ਹੋਵੇ, ਚਾਹੇ ਉਹ BBMB ਦੀ ਗੱਲ ਹੋਵੇ, ਚਾਹੇ ਉਹ ਜਿਹੜਾ BSF ਦਾ 50 ਕਿਲੋਮੀਟਰ ਦਾ ਦਾਇਰਾ ਵਧਾਇਆ ਸੀਗਾ, ਚਾਹੇ ਉਹ ਪਾਵਰ ਸੈਕਟਰ ਹੋਵੇ, ਚਾਹੇ ਉਹ ਕਿਸਾਨੀ ਖੇਤਰ ਹੋਵੇ,
ਕੇਂਦਰ ਸਰਕਾਰ ਫੈਡਰਲ ਸਟਰਕਚਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਜਿਹਦਾ ਸਭ ਤੋਂ ਵੱਧ ਖਮਿਆਜ਼ਾ ਬਾਰਡਰ ਸਟੇਟ ਹੋਣ ਦੀ ਵਜ੍ਹਾ ਕਰਕੇ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ। ਅਕਾਲੀ ਦਲ, ਕਾਂਗਰਸ, ਬੀਜੇਪੀ ਪੰਜਾਬ ਨੇ ਪਿਛਲੇ ਲੰਮੇ ਸਮੇਂ ਦੇ ਵਿੱਚ ਵਿਟਨੈਸ ਕੀਤਾ ਹੈ, ਦੇਖਿਆ ਹੈ ਕਿ ਇਹ ਤਾਂ ਸਾਰੇ ਦੇ ਸਾਰੇ ਤੋਤੇ ਵਾਂਗੂ ਮੋਦੀ ਸਾਹਿਬ ਦੇ ਇਸ਼ਾਰਿਆਂ ਦੇ ਉੱਪਰ ਚੱਲਦੇ ਨੇ। ਸੋ ਇੱਕ ਇਹੋ ਜਿਹੀ ਆਵਾਜ਼ ਚਾਹੀਦੀ ਹੈ ਲੋਕ ਸਭਾ ਦੇ ਵਿੱਚ ਜਿਹੜੀ ਬੇਬਾਕੀ ਦੇ ਨਾਲ, ਦਲੇਰੀ ਦੇ ਨਾਲ ਪੰਜਾਬ ਦੇ ਮੁੱਦਿਆਂ ਨੂੰ, ਪੰਜਾਬ ਦੇ ਹੱਕਾਂ ਨੂੰ ਰੱਖ ਸਕੇ। ਮੈਂ ਸਮਝਦਾ ਕਿ ਇਸੇ ਲਈ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗੁਰਮੀਤ ਸਿੰਘ ਨੂੰ ਵੱਡੇ ਮਾਰਜਨ ਦੇ ਨਾਲ ਜਿਤਾਇਆ ਜਾ ਸਕੇ।